ਜੇ ਤੁਸੀਂ ਚਿੱਟੇ ਨੂੰ ਪੰਜਾਬ ਦਾ ਮੁੱਦਾ ਮੰਨਦੇ ਹੋ ਤਾਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਯਾਰ ਇਸ ਮੁੱਦੇ ਵਾਸਤੇ ਬੋਲ ਲਓ, ਕਿਉਂਕਿ ਰੋਏ ਬਿਨਾ ਮਾਂ ਨਹੀਂ ਦੁੱਧ ਦਿੰਦੀ ਤੇ ਸਰਕਾਰ ਮਾਂ ਹੁੰਦੀ ਆ ਤੇ ਮਾਂ ਸਾਡੀ ਅੱਜ ਮਤੇਰ ਬਣੀ ਖੜੀ ਆ ਤੇ ਸਾਨੂੰ ਬੱਸ ਕਿਹਨਾਂ ਦੇ ਪਾਇਆ ਜਾ ਰਿਹਾ ਕਾਰਪੋਰੇਟਾਂ ਦੇ। ਅੱਜ ਇੱਕ ਲੜਾਈ ਛੋਟੀ ਜਿਹੀ ਲੜਾਈ ਅੱਜ ਬਾਦਲ ਸਾਹਿਬ ਜਿਹੜੇ ਕੀ ਆ ਸਾਡੇ ਸਾਬਕਾ ਮੁੱਖ ਮੰਤਰੀ ਰਹੇ ਆ ਕਿੰਨੀ ਵਾਰ, ਉਹਨਾਂ ਦੇ ਕੀ ਆ ਸਹੁਰਾ ਪਿੰਡ ਦੇ ਵਿੱਚ ਖੜੇ ਆ ਅੱਜ ਤੇ ਇੱਥੋਂ ਦੇ ਜਿੰਨੇ ਆ ਭਰਾ ਖੜੇ ਆ ਸਾਰਿਆਂ ਨਾਲ ਤੁਸੀਂ ਵੀ ਗੱਲਬਾਤ ਕਰ ਚੁੱਕੇ ਹੋ। ਅੱਜ ਇਹਨਾਂ ਨੂੰ ਵੀ ਇੱਕ ਲਾਮਬੰਦੀ ਦਾ ਸੁਨੇਹਾ ਦਿੱਤਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਜਿਹੜੀ ਹੱਥ ਜੋੜ ਕੇ ਇੱਕ ਬੇਨਤੀ ਕਰਨੀ ਚਾਹੁੰਦਾ ਪੂਰੇ ਪੰਜਾਬ ਵਾਸੀਆਂ ਨੂੰ ਕਿ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕੋਈ ਭਰਾ ਚਿੱਟੇ ਦਾ ਦਰਦ ਕੀ ਆ ਮਹਿਸੂਸ ਕਰਦਾ ਤੇ 10 ਭਰਾ ਇੱਕ ਜ਼ਿਲ੍ਹੇ ਦੇ ਵਿੱਚੋਂ ਤਿਆਰ ਨੇ ਤਾਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੀ ਆ ਬੰਗਾਰ ਪਾਉਣ ਵਾਸਤੇ ਤੇ ਸਰਕਾਰਾਂ ਨੂੰ ਫਟਕਾਰ ਪਾਉਣ ਵਾਸਤੇ ਇੱਕ ਇਕੱਠ ਵਾਸਤੇ ਸਾਡੇ ਨਾਲ ਸੰਪਰਕ ਕਰ ਲਿਓ। ਮਾਨਸਾ ਜ਼ਿਲ੍ਹੇ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਕੱਲੇ ਘਰ ਦਾ ਜੀ ਜੇ ਆਪਣੇ ਪੁੱਤਾਂ ਨੂੰ ਬਚਾਉਣਾ ਤੇ ਧੀਆਂ ਨੂੰ ਵਸਾਉਣਾ ਤਾਂ ਉਹਦੇ ਵਾਸਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ 17 ਤਰੀਕ ਦਿਨ ਸ਼ੁੱਕਰਵਾਰ ਨੂੰ ਸਾਰੇ ਜਿਹੜੇ ਕੀ ਆ ਉੱਥੇ ਦੁਕਾਨਦਾਰ ਨੇ, ਮਜ਼ਦੂਰ ਨੇ ਤੇ ਕਿਸਾਨ ਵੀਰ ਨੇ ਉੱਥੇ ਫਸਲਾਂ ਤੇ ਨਸਲਾਂ ਬਚਾਉਣ ਲਈ ਇੱਕ ਕੀ ਆ ਆਗਾਜ਼ ਕੀਤਾ ਜਾ ਰਿਹਾ। ਇੱਕ ਸਰਕਾਰ ਨੂੰ ਫਟਕਾਰ ਤੇ ਲੋਕਾਂ ਨੂੰ ਬੰਗਾਰ ਪਾਉਣ ਵਾਸਤੇ ਇਕੱਠ ਰੱਖਿਆ ਜਾ ਰਿਹਾ। ਉਹਦੇ ਵਿੱਚ 3:30 ਵਜੇ ਸ਼ੁੱਕਰਵਾਰ ਦਾ ਦਿਨ ਆ ਮਾਨਸਾ ਸ਼ਹਿਰ ਦੀ ਦਾਣਾ ਮੰਡੀ ਜਿਹੜੀ ਅੰਦਰਲੀ ਆ ਲక్ష్ਮੀ ਮਾਤਾ ਦਾ ਮੰਦਿਰ ਆ ਉਸ ਮੰਦਿਰ ਕੋਲੇ 3:30 ਵਜੇ ਪਹੁੰਚੋ ਜੇ ਚਿੱਟੇ ਦਾ ਹੱਲ ਚਾਹੁੰਦੇ ਹੋ। ਕੱਲੀ ਸਮੱਸਿਆ ਦੀ ਨਹੀਂ ਉੱਥੇ ਹੱਲ ਦੀ ਗੱਲ ਕਰਾਂਗੇ ਕਿਉਂਕਿ ਸਮੱਸਿਆ ਦੀ ਗੱਲ ਨਾਲ ਕੋਈ ਗੱਲ ਦਾ ਸਿਰਾ ਨਹੀਂ ਲੱਗਦਾ। ਇੱਕ ਹੱਲ ਆ ਜਿਹੜਾ ਕੀ ਆ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਪਹਿਲਾਂ ਇੱਕ ਪਿੰਡ ਲੈਵਲ ਤੇ ਕੀਤਾ ਗਿਆ, ਫਿਰ 28 ਪਿੰਡਾਂ ਦੇ ਵਿੱਚ ਉਹ ਚੀਜ਼ ਕਰਕੇ ਦੇਖੀ ਤੇ ਹੁਣ ਪੂਰੇ ਪੰਜਾਬ 'ਚ ਉਹ ਮਾਡਲ ਲਾਗੂ ਕਰਨਾ ਕਿਉਂਕਿ ਉਹਦਾ ਕੀ ਆ ਕਾਮਯਾਬੀ ਕੀ ਆ ਜਿਹੜਾ ਰੇਟ ਆ ਬੜਾ ਜ਼ਿਆਦਾ ਆ। ਤੇ ਮੈਂ ਬੇਨਤੀ ਕਰਨੀ ਚਾਹੁੰਦਾ ਮਹਾਰਾਜ ਪਿੰਡ ਦੇ ਵਿੱਚ ਜੇ ਤੁਸੀਂ ਸਾਥ ਦਿੱਤਾ ਤਾਂ ਅੱਜ ਮਹਾਰਾਜ ਪਿੰਡ 'ਚ ਕੀ ਆ 3-4 ਦਿਨ ਹੋ ਗਏ ਐਸਐਸਪੀ ਆਪ ਬੈਠਾ ਉੱਥੇ ਤੇ ਕਹਿ ਕੇ ਆਵਾਜ਼ਾਂ ਮਾਰ ਰਿਹਾ ਵੀ ਦੱਸੋ ਕਾਰਵਾਈ ਕੀ ਕਰਾਉਣੀ ਆ। ਮੈਂ ਬੇਨਤੀ ਕਰਦਾ ਕਿ ਤਾਂ ਕਰਨਗੇ ਕਾਰਵਾਈ ਜੇ ਆਪਾਂ ਸਿਰ ਜੋੜਾਂਗੇ। ਜੇ ਘਰੇ ਬੈਠਿਆਂ ਨੇ ਇਕੱਲੇ ਨੇ ਇਹੀ ਗੱਲ ਕਰਨੀ ਆ ਠੀਕ ਹੈ ਨਾ ਵੀ ਚਿੱਟਾ ਮਾੜਾ ਜੀ ਆਹ ਮਾੜਾ ਜੀ ਜੇ ਐਂ ਹੋ ਜੇ ਜੇ ਐਂ ਹੋ ਜੇ ਜੇ ਨਾਲ ਹੱਲ ਨਹੀਂ ਹੋਣਾ। ਸਾਨੂੰ ਕੀ ਆ ਜੇ ਦੇ ਹੱਲ ਵਾਸਤੇ ਸਾਨੂੰ ਆਪ ਨੂੰ ਸਿਰ ਜੋੜਨੇ ਪੈਣੇ ਆ ਤੇ ਸਿਰ ਜੋੜਨ ਵਾਸਤੇ ਅੱਜ ਇੱਥੇ ਵੀ ਆਏ ਆ। ਇਹਨਾਂ ਭਰਾਵਾਂ ਨੂੰ ਵੀ ਸੁਨੇਹਾ ਦਿੱਤਾ ਤੇ ਮਾਨਸਾ ਜ਼ਿਲ੍ਹੇ ਦੇ ਸਾਰੇ ਭਰਾਵਾਂ ਨੂੰ ਬੁਲਾਡੇ ਸਰਦੂਲਗੜ੍ਹ ਏਰੀਏ ਦੇ ਸਾਰੇ ਜ਼ਿਲ੍ਹੇ ਨੂੰ ਬੇਨਤੀ ਕਰਦੇ ਆ ਜੇ ਇਕੱਲੀਆਂ ਗੱਲਾਂ ਵਾਲੇ ਨਹੀਂ ਤੇ ਦਰਦ ਮਹਿਸੂਸ ਕਰਦੇ ਹੋ ਤਾਂ 17 ਤਰੀਕ ਨੂੰ 3:30 ਵਜੇ ਮਾਨਸਾ ਸ਼ਹਿਰ ਦੀ ਅੰਦਰਲੀ ਦਾਣਾ ਮੰਡੀ 'ਚ ਆ ਜਿਓ। ਨਹੀਂ ਪਰ ਤੁਸੀਂ ਵੀ ਪੰਜਾਬ ਦੇ ਦੋਖੀ ਮੰਨਾਂਗੇ ਜਿਹੜੇ ਭਰਾ ਉਸ ਇਕੱਠ 'ਚ ਨਹੀਂ ਪਹੁੰਚਣਗੇ ਤੇ ਇਕੱਲੇ ਗੱਲਾਂ ਵਾਲੇ ਸਮਝਾਂਗੇ। ਇਸ ਕਰਕੇ ਬੇਨਤੀ ਕਰਦੇ ਹਾਂ ਸਾਰੇ ਭਰਾ। ਤੁਸੀਂ ਹੱਲ ਦੀ ਗੱਲ ਕੀਤੀ, ਹੱਲ ਮਹਾਰਾਜ ਵੀ ਤੁਸੀਂ ਕਿਹਾ ਕਿ ਇੱਕ ਗੋਲੀ ਦੇ ਨਾਲ ਹੱਲ ਕਰਾਂਗੇ, ਉਹ ਚੀਜ਼ ਜ਼ਰੂਰ ਕੈਮਰੇ ਦੇ ਉੱਪਰ ਜਿਹੜੀ ਆ ਸਾਂਝੀ ਕਰੇ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਈ ਭਰਾਵਾਂ ਨੇ ਉਹ ਸਵਾਲ ਕੀਤੇ, ਤੁਸੀਂ ਵੀਰ ਜਿਹੜਾ ਸਵਾਲ ਕੀਤਾ ਮੈਂ ਧੰਨਵਾਦ ਕਰਦਾ। ਉਹ ਗੋਲੀ ਦਾ ਹੱਲ ਇੱਕ ਸੱਜਣ ਨੇ ਉੱਥੇ ਸਟੇਜ ਤੇ ਖੜ੍ਹ ਕੇ ਕਹਿਤਾ। ਦੇਖੋ ਸਟੇਜ ਸਾਰਿਆਂ ਦੀ ਸਾਂਝੀ ਆ, ਕੋਈ ਸਾਡਾ ਮੁੱਲ ਨਹੀਂ ਲਿਆ ਪਿਆ। ਉੱਥੇ ਇੱਕ ਬੰਦਾ ਸਟੇਜ ਤੇ ਖੜ੍ਹ ਕੇ ਬੋਲਦਾ, ਉਹ ਕਹਿੰਦਾ ਕਿ ਸਾਰੇ ਮਤਾ ਪਾਓ ਵੀ ਜਿਹੜਾ ਪਿੰਡ 'ਚ ਚਿੱਟਾ ਵੇਚੂ ਜਾਂ ਬੜੂ ਅਸੀਂ ਫੈਰ ਮਾਰਾਂਗੇ। ਉਹ ਗੋਲੀ ਚਿੱਟੇ ਦਾ ਹੱਲ ਨਹੀਂ ਤੇ ਨਾ ਹੀ ਆਹ ਗੋਲੀ ਚਿੱਟੇ ਦਾ ਹੱਲ ਆ। ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਆਹ ਗੋਲੀ ਲੈਣ ਵਾਸਤੇ ਸਾਡੇ ਲੈਣਾ ਲੱਗ ਜਾਂਦੀਆਂ ਤੇ ਤੜਕੇ ਜੀਭ ਤੇ ਧਰਨ ਵਾਲੀ ਗੋਲੀ ਆ ਵਿਪਰੀਨੋਰਫਿਨ ਸਾਲਟ ਇਹਦੇ 'ਚ। ਇਹ ਉਸ ਨਸ਼ੇ ਤੋਂ ਵੀ ਮਾੜਾ ਨਸ਼ਾ ਤੇ ਤੁਹਾਨੂੰ ਮੈਂ ਇੱਕੋ ਬੇਨਤੀ ਕਰਦਾ ਇਹ ਦੋਨੇ ਗੋਲੀਆਂ ਨਸ਼ੇ ਦਾ ਹੱਲ ਨਹੀਂ। ਅਸਲ ਜਿਹੜਾ ਹੱਲ ਜੇ ਜਾਣਨਾ ਤਾਂ ਇਕੱਤਰਤਾ 'ਚ ਸ਼ਾਮਲ ਹੋਇਓ ਤੇ ਆਪਦੇ ਜ਼ਿਲ੍ਹੇ 'ਚ ਵੀ ਇਕੱਠ ਰੱਖ ਲਿਓ। ਮੈਂ ਦੱਸਣਾ ਚਾਹੁੰਦਾ ਬਾਈ ਜੀ ਕਿ ਜਿਹੜੀ ਉਹ ਗੋਲੀ ਦੀ ਗੱਲ ਕੀਤੀ ਗਈ ਸੀ ਉਹ ਇੱਕ ਸੱਜਣ ਵੱਲੋਂ ਕੀਤੀ ਗਈ ਸੀ ਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਸਾਡੇ ਨੇੜਲਾ ਪਿੰਡ ਭਾਗੀ ਬੰਦਰ ਆ, ਤੁਸੀਂ ਸ਼ਾਇਦ ਜਾਣਦੇ ਹੋਗੇ ਕਿ ਸਰਪੰਚ ਨੇ ਇੱਕ ਚਿੱਟੇ ਵਾਲਾ ਵੱਢ ਕੇ ਮੁੰਡਾ ਮਾਰਤਾ ਸੀ, ਉਹ ਬੈਠਾ ਜੇਲ੍ਹ 'ਚ ਤੇ ਕੋਈ ਪਤਾ ਲੈਣ ਨਹੀਂ ਗਿਆ। ਯਾਰ ਇਹ ਸਾਡਾ ਕੰਮ ਆ ਚਿੱਟੇ ਦੇ ਖਿਲਾਫ ਮਰ ਕੇ ਲੜਨਾ। ਐਸਐਸਪੀ ਬੈਠਾ, ਡੀਜੀਪੀ ਬੈਠਾ, ਮੁੱਖ ਮੰਤਰੀ ਤਨਖਾਹ ਲੈਂਦਾ ਸਾਡੀਆਂ ਜੇਬਾਂ 'ਚੋਂ ਲੈਂਦਾ, ਸਾਡਾ ਨੌਕਰ ਆ ਤਾਂ ਇਹ ਫੋੜੇ ਤੇ ਲਾਉਣ ਨੂੰ ਨਹੀਂ ਰੱਖੇ। ਇੱਕ ਨਾਰੇ ਨੂੰ ਛੱਡ ਦਿਓ ਜਿਹੜਾ ਅਸੀਂ ਕਹਿੰਦੇ ਆ ਨਾ ਕਿ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਅਸੀਂ ਰਾਖੀ ਇਹਨਾਂ ਤੋਂ ਕਰਾਉਣੀ ਆ, ਤਨਖਾਹਾਂ ਦਿੰਦੇ ਆ, ਨੌਕਰ ਕਾਹਦੇ ਵਾਸਤੇ ਰੱਖਦੇ ਆ? ਕੰਮ ਲੈਣ ਵਾਸਤੇ ਰੱਖਦੇ ਆ ਤੇ ਇਹਨਾਂ ਤੋਂ ਕੰਮ ਲੈਣ ਵਾਸਤੇ ਸਾਨੂੰ ਕੰਮ ਦੀ ਜਾਂਚ ਹੋਣੀ ਜ਼ਰੂਰੀ ਆ। ਉਹ ਜਾਂਚ ਨੂੰ ਸਮਝਣ ਵਾਸਤੇ ਤੁਹਾਨੂੰ ਵਾਰ-ਵਾਰ ਸੱਦਾ ਦਿੰਦੇ ਆ। ਤੇ ਆਹ ਜਿਹੜੀ ਗੋਲੀ ਆ ਇਹ ਗੋਲੀ ਸਾਰੇ ਭਰਾਵਾਂ ਨੇ ਬਾਈ ਦੇਖੀ ਹੋ ਜਿਹੜੇ ਸਾਡੇ ਜੀਭ ਤੇ ਧਰਾਉਣ ਜਾਂਦੇ ਆ ਤੇ ਮੈਂ ਇਹ ਗੋਲੀ ਬਾਰੇ ਦੱਸਣਾ ਚਾਹੁੰਦਾ ਕਿ ਕਿੱਡਾ ਗਬਨ ਹੁੰਦਾ ਇਹਦੇ 'ਚ। ਸਭ ਤੋਂ ਪਹਿਲਾਂ ਤਾਂ ਇਹ ਗੋਲੀ ਦੀ ਜਿਹੜੀ ਕੀ ਆ ਕੰਪਨੀ ਆ ਜਿਨ੍ਹਾਂ ਤੋਂ ਕੀ ਆ ਲਈ ਜਾਂਦੀ ਆ ਸਰਕਾਰ ਵੱਲੋਂ, ਉਹ ਕੰਪਨੀ ਸਾਡੇ ਇੱਕ ਮਿਨਿਸਟਰ ਦੀ ਘਰ ਵਾਲੀ ਦੇ ਨਾਂ ਤੇ ਆ। 6000 ਕਰੋੜ ਗੋਲੀ ਦਾ ਗਬਨ ਹੁੰਦਾ ਤੇ ਅਕਾਲੀ ਦਲ ਇੱਕ ਦਿਨ ਰੌਲਾ ਪਾ ਕੇ ਚੁੱਪ ਕਰ ਜਾਂਦਾ। ਇਹ ਗੋਲੀ ਇੱਕ ਗੋਲੀ 6 ਰੁਪਏ ਦੀ ਲਈ ਜਾਂਦੀ ਆ ਤੇ 6000 ਕਰੋੜ ਨੂੰ ਬਾਈ ਜੀ ਗੁਣਾ ਕਰ ਦਿਓ 6 ਨਾਲ 36000 ਕਰੋੜ ਰੁਪਏ ਦਾ ਗਬਨ ਹੋ ਗਿਆ ਕੱਲੀ ਮੈਡੀ ਦੇ ਵਿੱਚ ਜੇ ਅਕਾਲੀ ਦਲ ਦੇ ਹਿਸਾਬ ਨਾਲ ਲਾਈਏ। ਪਰ ਗਬਨ ਇਦੋਂ ਵੀ ਵੱਡਾ ਹੋਇਆ। 36000 ਕਰੋੜ ਦੀ ਫਿਗਰ ਕੋਈ ਛੋਟੀ ਫਿਗਰ ਨਹੀਂ ਹੁੰਦੀ। ਸਾਡਾ ਕਿਸਾਨਾਂ ਦਾ ਕਰਜ਼ਾ ਕਿੰਨਾ ਕੁ ਮਾਫ ਕੀਤਾ? 10000 ਕਰੋੜ ਵੀ ਨਹੀਂ ਮਾਫ ਕੀਤਾ ਤੇ 36000 ਕਰੋੜ ਇੱਕ ਮੰਤਰੀ ਦੇ ਢਿੱਡ 'ਚ ਵੜ ਗਿਆ। ਇਹ ਸੋਚਣਾ ਪਊ ਤੇ ਮੈਂ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਗੱਲ ਦੀ ਤਹਿ ਤੱਕ ਜਾਓ ਕਿ ਕਿਹੜੇ ਮੰਤਰੀ ਦੇ ਨਾਂ ਤੇ ਜਿਹੜੀ ਆ ਹੈਗੀ ਆ ਵਰਕ ਕੰਪਨੀ ਦੀ ਹੈਗੀ ਆ ਮੈਡੀਸਨ ਆ। ਇਹ 6 ਰੁਪਏ ਦਾ ਪੱਤਾ ਤਿਆਰ ਹੁੰਦਾ ਤੇ ਰਾਜਸਥਾਨ ਦੇ ਵਿੱਚ 6 ਰੁਪਏ ਦਾ ਮਿਲਦਾ। ਸਰਕਾਰ 5000 'ਚ ਆਪਦੀ ਕੰਪਨੀ ਰਜਿਸਟਰਡ ਕਰਾ ਕੇ 6 ਰੁਪਏ ਦਾ ਪੱਤਾ ਲੈ ਸਕਦੀ ਆ ਪਰ ਇੱਕ ਦਿਨ ਦਾ ਹਜ਼ਾਰਾਂ ਕਰੋੜ ਰੁਪਈਆ ਖਰਚਿਆ ਜਾ ਰਿਹਾ। ਤੇ ਜਿਹੜੀ ਕੀ ਆ ਇਹ ਗੋਲੀ ਦਾ ਕੀ ਆ ਜੀਬਾਂ ਦੇ ਰੱਖ ਕੇ ਕੀ ਆ ਕਹਿੰਦੇ ਨਸ਼ਾ ਛਡਾਉਣੇ ਆ। ਇਹਦਾ ਸਕਸੈਸ ਰੇਟ ਆ ਜਿਹੜਾ 28 ਲੱਖ ਰੁਪਈਆ ਲਾ ਕੇ ਇੱਕ ਸਰਵੇ ਕੀਤਾ
ਕ੍ਰਿਡ ਵੱਲੋਂ ਕੀਤਾ ਗਿਆ ਤੇ 5 ਸਟੇਟਾਂ ਦਾ ਕੀਤਾ ਗਿਆ, ਉਹ 'ਚ ਆਹ ਗੋਲੀ ਦਾ ਰਿਜ਼ਲਟ 1% ਆ। ਤੇ ਮੇਰੇ ਖਿਆਲ 'ਚ ਜਿੰਨਾ ਖਰਚਾ ਗੋਲੀ ਤੇ ਹੁੰਦਾ ਉਹਨਾਂ ਖਰਚ ਜੇ ਸਿਹਤ ਸਹੂਲਤਾਂ ਦੇ ਕੀਤਾ ਜਾਵੇ, ਮੇਰੇ ਖਿਆਲ 'ਚ ਸਾਡੀਆਂ ਸੈਂਕੜੇ ਜਾਨਾਂ ਬਚ ਸਕਦੀਆਂ ਨੇ ਤੇ ਜਿੰਨੀਆਂ ਚਿੱਟੇ ਕਰਕੇ ਨਹੀਂ ਬਚੀਆਂ। ਤੇ ਚਿੱਟੇ ਦਾ ਹੱਲ ਆ ਜਿਹੜਾ, ਉਹ ਹੱਲ ਜਾਣਨ ਵਾਸਤੇ ਉਸ ਇਕੱਤਰਤਾ 'ਚ ਮੈਂ ਕਹੂੰਗਾ ਪਹੁੰਚਿਓ। ਤੇ ਇੱਕ ਨੰਬਰ ਮੈਂ ਜ਼ਰੂਰ ਬੋਲਣਾ ਚਾਹਣਾ ਕਿ ਉਸ ਨੰਬਰ 'ਤੇ ਸੰਪਰਕ ਕਰ ਲਿਓ 98785 71023 93562 68855। ਕਿਸੇ ਵੀ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮਾਨਸਾ ਜ਼ਿਲ੍ਹੇ 'ਚ ਕੋਈ ਜਥੇਬੰਦੀ ਆ, ਕੋਈ ਵੀ ਬਾਕੀ ਜਿਹੜਾ ਗਰੁੱਪ ਆ, ਕੋਈ NGO ਆ, ਉਹਨਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਆ ਵੀ ਉਸ ਇਕੱਤਰਤਾ ਦੇ ਵਿੱਚ ਯਾਰ ਸ਼ਾਮਲ ਹੋਇਓ। ਜੇ ਪੰਜਾਬ ਦਾ ਦਰਦ ਰੱਖਦੇ ਹੋ, ਚਿੱਟੇ ਨੂੰ ਕੀ ਆ ਪੰਜਾਬ ਦਾ ਮੁੱਦਾ ਮੰਨਦੇ ਹੋ, ਕਿਉਂਕਿ ਨਾ ਵਿਰੋਧੀ ਧਿਰ ਪੰਜਾਬ ਦਾ ਮੁੱਦਾ ਮੰਨਦੀ ਆ, ਨਾ ਸਰਕਾਰ ਇਹਨੂੰ ਮੁੱਦਾ ਮੰਨਦੀ ਆ, ਕਿਉਂਕਿ ਸਰਕਾਰ ਤਾਂ ਸਹੁੰ ਖਾ ਕੇ ਮੁੱਕਰੀ ਹੋਈ ਆ। ਸਾਡੇ ਕੈਪਟਨ ਸਾਹਿਬ ਨੇ ਸਾਰੇ ਜਾਣਦੇ ਹੋ ਕੀ ਕਿਹਾ ਸੀ, ਤਾਂ ਸਾਰੇ ਲੋਕ ਭੱਜੇ ਖੜੇ ਆ। ਹੁਣ ਸਾਡੇ ਮਸਲੇ ਦੀ ਗੱਲ ਫਸਲਾਂ ਬਚਾਉਣ ਖਾਤਰ ਜੇ ਅਸੀਂ ਦਿੱਲੀ ਜਾ ਸਕਦੇ ਆ ਤਾਂ ਨਸਲਾਂ ਬਚਾਉਣ ਖਾਤਰ ਘਰੇ ਇਕੱਠੇ ਕਿਉਂ ਨਹੀਂ ਹੁੰਦੇ? ਜਿੰਨਾ ਖਾਤਰ ਫਸਲਾਂ ਬਚਾਉਣੀਆਂ ਤਾਂ ਦੋਸਤੋ ਕੀ ਆ, ਉਹ ਨਸਲਾਂ ਖਾਤਰ ਵੀ ਕੁਛ ਨਾ ਕੁਛ ਕਰ ਲਈਏ। ਨਹੀਂ ਫਸਲਾਂ ਬਚਾ ਕੇ ਕੀ ਕਰਾਂਗੇ ਜੇ ਨਸਲਾਂ ਉਜੜ ਗਈਆਂ? ਇਸ ਵਾਸਤੇ ਉਹ ਲੜਾਈ ਵਾਸਤੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਪੂਰੇ ਪੰਜਾਬ 'ਚ ਕੀ ਆ, ਹੁਣ ਸਰਕਾਰ ਨੂੰ ਵੰਗਾਰ ਪਾਈ ਜਾਊ। ਇਹਦਾ ਸਭ ਤੋਂ ਵੱਡਾ ਕਾਰਨ ਚਿੱਟਾ ਵਿਕਣ ਦਾ ਇੱਕੋ ਕਾਰਨਾਮਾ ਅੱਜ ਇੱਥੇ ਵੀ ਸਾਂਝਾ ਕੀਤਾ ਕਿ ਸਰਕਾਰ ਇੱਕ ਕਾਨੂੰਨ 'ਚ ਸੋਧ ਕਰਦੇ, ਚਿੱਟਾ ਇੱਕ ਦਿਨ 'ਚ ਬੰਦ ਹੁੰਦਾ। ਤੇ ਮੈਂ ਕੈਪਟਨ ਸਾਹਿਬ ਤੱਕ ਉਹ ਸੁਨੇਹਾ ਪਹੁੰਚਣਾ ਕੀ ਆ, ਪਹੁੰਚਾਉਣਾ ਚਾਹਣਾ ਕਿ ਉਹ ਬਾਈ ਜੀ ਕੀ ਆ, 250 ਗ੍ਰਾਮ ਚਿੱਟੇ ਦੀ ਕਮਰਸ਼ੀਅਲ ਡੋਜ਼ ਆ ਤੇ ਪਿੰਡਾਂ 'ਚ ਸਾਡੇ 100 ਗ੍ਰਾਮ 50 ਗ੍ਰਾਮ ਤੋਂ ਵੱਧ ਨਹੀਂ ਫੜਿਆ ਜਾਂਦਾ। ਇੰਟਰਨੈਸ਼ਨਲ ਬਾਰਡਰ ਤੇ ਫੜਿਆ ਜਾਂਦਾ ਕਿਲੋਆਂ ਦੇ ਵਿੱਚ, ਜਿਹੜਾ ਬਾਹਰੋਂ ਆਉਂਦਾ ਉਹ ਅਸਲ ਹੈਰੋਇਨ ਆ। ਸਾਡੇ ਦਾ ਕੈਮੀਕਲ ਡਰੱਗ ਆ ਰਿਹਾ ਜਿਹੜਾ, ਇਹ 10 ਗ੍ਰਾਮ ਨੂੰ ਵੀ ਮੈਂ ਕਹਿੰਦਾ ਜੇ ਕਮਰਸ਼ੀਅਲ ਡੋਜ਼ ਡਿਕਲੇਅਰ ਕਰ ਦਿੱਤੀ ਜਾਵੇ ਤਾਂ ਇੱਕ ਦਿਨ 'ਚ ਪੰਜਾਬ 'ਚ ਚਿੱਟਾ ਬੰਦ ਹੁੰਦਾ। ਤੇ ਕਾਨੂੰਨ ਕੀ ਆ, ਲੋਕਾਂ ਨੇ ਨਹੀਂ ਘੜਨੇ, ਨਾ ਪੁਲਿਸ ਨੇ ਘੜਨੇ ਆ, ਕਾਨੂੰਨ ਸਾਡੇ MLA ਨੇ ਘੜਨੇ ਆ, ਜਿਨ੍ਹਾਂ ਨੂੰ ਅਸੀਂ ਆਪਦੇ ਧੀਆਂ ਪੁੱਤਾਂ ਦੀ ਹਿਫਾਜ਼ਤ ਵਾਸਤੇ ਚੁਣਦੇ ਆ। ਤੇ ਉਹ ਲੋਕ ਹੀ ਕੀ ਆ, ਇੱਕ ਦਿਨ ਦੇ ਵਿੱਚ ਬੈਠ ਕੇ ਜੇ ਸਿਰ ਜੋੜ ਕੇ ਕਾਨੂੰਨ ਘੜ ਲੈਣ, ਪਰ ਘੜਨਗੇ ਤਾਂ ਜੇ ਆਪਾਂ ਜਾਗਾਂਗੇ। ਅਸੀਂ ਸੁੱਤੇ ਹੋਏ ਆ। ਲੋਕਾਂ ਨੂੰ ਆਪਦੀ ਡੈਮੋਕ੍ਰੇਸੀ 'ਚ, ਲੋਕਤੰਤਰ 'ਚ ਜੇ ਆਪਦੀ ਤਾਕਤ ਦਾ ਪਤਾ ਹੋਊ ਤਾਂ ਅਸੀਂ ਡੰਡੇ ਨਾਲ ਇਹਨਾਂ ਤੋਂ ਕੰਮ ਲੈ ਸਕਦੇ ਆ। ਹੁਣ ਅਕਸਰ ਮੈਂ ਗੱਲ ਕਰਦਾ ਨਾ ਵੀ ਛਾਂਟੇ ਵਾਲਾ ਕਮਜ਼ੋਰ ਹੋਵੇ, ਅਰਬੀ ਘੋੜੇ ਗਧੇ ਬਣ ਜਾਂਦੇ ਆ, ਤੇ ਛਾਂਟੇ ਵਾਲਾ ਚੰਗਾ ਹੋਵੇ, ਉਹ ਗਧਿਆਂ ਤੋਂ ਅਰਬੀ ਘੋੜਿਆਂ ਦਾ ਕੰਮ ਲੈ ਲੈਂਦਾ। ਉਹ ਇਹ ਸਾਰੇ ਗਧੇ ਆ ਲੀਡਰ ਜਿਹੜੇ ਪੰਜਾਬ ਦੇ ਆ, ਤੇ ਇਹਨਾਂ ਤੋਂ ਕੰਮ ਲੈਣ ਵਾਸਤੇ ਸੋਨੂੰ ਕੰਮ ਦੀ ਜਾਂਚ ਚਾਹੀਦੀ ਆ। ਮਾਲਕ ਨੂੰ ਕੰਮ ਦੀ ਜਾਂਚ ਹੈ ਨਹੀਂ, ਉਹ ਆਪਦੇ ਨੌਕਰ ਤੋਂ ਕੰਮ ਨਹੀਂ ਲੈ ਸਕਦਾ। ਇਸ ਕਰਕੇ ਬੇਨਤੀ ਕਰਦੇ ਆ ਕਿ ਕੰਮ ਨੂੰ ਸਮਝਣ ਵਾਸਤੇ, ਜਾਂਚ ਸਮਝਣ ਵਾਸਤੇ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ। ਤੇ ਇਹਦੇ ਵਾਸਤੇ ਸਿਰ ਜੋੜ ਕੇ ਜੇ ਲੜਾਈ ਲੜਨ ਨੂੰ ਤਿਆਰ ਹੋ ਤੇ ਆਪਦੇ ਧੀਆਂ ਪੁੱਤਾਂ ਦੇ ਸਕੇ ਹੋ ਤਾਂ ਮੈਂ ਫੇਰ ਦੁਬਾਰਾ ਬਈ ਜੀ ਤੁਸੀਂ ਕਹੋਗੇ ਵਾਰ-ਵਾਰ ਕਹਿਣਾ ਕਿ ਮਾਨਸਾ ਪਹੁੰਚਿਓ ਜ਼ਰੂਰ ਯਾਰ, ਕਿਉਂਕਿ ਹੌਸਲਾ ਹੁੰਦਾ ਜਦੋਂ ਭਰਾ ਕੇ ਨਾਲ ਖੜਦੇ ਆ। ਜਥੇਬੰਦੀਆਂ ਖਾਸ ਕਰਕੇ ਜਿਹੜੀਆਂ ਲੜ ਰਹੀਆਂ ਨੇ, ਉਹ ਜਿਹੜਾ ਧਰਨਾ ਰੱਖਿਆ 17 ਤਰੀਕ ਨੂੰ 3:30 ਵਜੇ ਦਾਣਾ ਮੰਡੀ ਚੰਦਰਲੀ 'ਚ, ਉਹ ਫਸਲਾਂ ਵਾਸਤੇ, ਸੰਯੁਕਤ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਤੇ ਚਿੱਟੇ ਦੇ ਖਿਲਾਫ 2 ਮੁੱਦਿਆਂ ਤੇ ਧਰਨਾ। ਜੇ ਦੋਨਾਂ ਨੂੰ ਪੰਜਾਬ ਦੇ ਮੁੱਦੇ ਮੰਨਦੇ ਹੋ ਤਾਂ ਦੋਸਤੋ ਕੀ ਆ, ਪਹੁੰਚਿਓ ਵੀ ਤੇ ਆਪਦੇ ਪਿੰਡ 'ਚ ਕਿਤੇ ਮਰਜ਼ੀ ਸੱਦਾ ਦੇ ਦਿਆ ਕਰੋ ਯਾਰ। ਹਰ ਪਿੰਡ ਦੇ ਵਿੱਚ ਪਹੁੰਚਾਂਗੇ, ਤੁਹਾਡੇ ਕੋਲੇ ਚੱਲ ਕੇ ਆਵਾਂਗੇ ਤੇ ਤੁਹਾਡੇ ਤੋਂ ਆਸ ਕਰਦੇ ਆ ਕਿ ਪੰਜਾਬੀ ਇਸ ਮੁਹਿੰਮ ਦੇ ਵਿੱਚ ਸਾਥ ਦੇਣਗੇ। ਹੁਣ ਵੋਟਾਂ ਆ ਗਈਆਂ, ਹੁਣ ਸਾਰੇ ਆਉਣਗੇ ਤੇ ਆਪਾਂ ਸਿਰ ਜੋੜ ਕੇ ਇਹਨਾਂ ਦੀ ਟਾਪ ਲਵਾਉਣੀ ਆ। ਕੱਲਾ ਬਾਈਕਾਟ ਨਹੀਂ ਕਰਨਾ, ਹੁਣ ਸਵਾਲ ਹੀ ਕਰਨੇ ਆ। ਤੇ ਸਵਾਲ ਜਿਹੜੇ ਕਰਨੇ ਉਹਨਾਂ ਵਾਸਤੇ ਕੀ, ਅਸੀਂ ਲੋਕ ਅਧਿਕਾਰ ਲਹਿਰ ਦੇ ਪੇਜ ਤੋਂ ਕਈ ਸਵਾਲ ਦਿੱਤੇ ਹੋਏ ਆ, ਉਹਨਾਂ ਸਵਾਲਾਂ ਨੂੰ ਵੀ ਜਾਣਿਓ। ਤੇ ਇੱਕੋ ਬੇਨਤੀ ਕੀ ਆ ਮੈਂ ਕਰਦਾ ਮਾਤਾਵਾਂ ਨੂੰ, ਕਿਉਂਕਿ ਸਭ ਤੋਂ ਵੱਧ ਦੁੱਖ ਨਸ਼ੇ ਦਾ ਮਾਤਾਵਾਂ ਭੋਗਦੀਆਂ, ਬੰਦੇ ਨਾਲੋਂ ਵੱਧ ਉਹ ਭੋਗਦੀਆਂ ਨੇ। ਅਸੀਂ ਪ੍ਰੈਕਟੀਕਲ ਹੰਢਾਇਆ ਹੋਇਆ। ਇਹਦੇ ਵਾਸਤੇ ਇਕੱਠੇ ਹੋ ਜਾਓ, ਕਿਉਂਕਿ ਇਕੱਠੇ ਹੋ ਕੇ ਰਿਜ਼ਲਟ ਪੁੱਛ ਸਕਦੇ ਹੋ ਤੁਸੀਂ ਮਹਾਰਾਜ ਪਿੰਡ 'ਚ ਜੇ ਕਿਸੇ ਦੀ ਰਿਸ਼ਤੇਦਾਰੀ ਆ ਕਿ ਰਿਜ਼ਲਟ ਆਇਆ ਕਿ ਨਹੀਂ ਆਇਆ। ਹੋਰ ਜਿਹੜੇ ਪਿੰਡਾਂ 'ਚ ਵੀ ਹੋ ਰਿਹਾ ਗਾ, ਠੀਕ ਹੈ ਨਾ, ਜਿੱਥੇ ਲੋਕਾਂ ਨੇ ਸਿਰ ਜੋੜਿਆ। ਤੇ ਮੀਡੀਆ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ, ਜਿਵੇਂ RMB TV ਸਾਡਾ ਸਾਥ ਦਿੰਦਾ, ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਠੱਗਾਂ ਦੇ ਵਕੀਲ ਬਣ ਕੇ ਯਾਰ ਪੁਸ਼ਤ ਪਣਾਹੀ ਤੁਸੀਂ ਵੀ ਨਾ ਕਰੋ, ਇਹਨਾਂ ਦੀ ਸਾਥ ਦਿਓ। ਤੇ ਜਿਹੜੇ ਭਰਾ ਸੁਣ ਰਹੇ ਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰਿਓ ਤੇ ਪੋਸਟ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੀ ਅੱਜ ਤੁਸੀਂ ਸੁਣ ਰਹੇ ਹੋ। ਅੱਛਾ, ਜਿਵੇਂ ਹੁਣ ਤੁਸੀਂ ਪ੍ਰਸ਼ਾਸਨ ਦੀ ਗੱਲ ਕਰੀ ਆ ਕਿ ਹੁਣ ਉੱਥੇ ਰਿਜ਼ਲਟ ਆ ਗਿਆ ਮਹਾਰਾਜ ਦੇ ਵਿੱਚ, ਠੀਕ ਆ, ਤੁਸੀਂ ਇਕੱਠ ਕਰ ਲਿਆ, ਇਕੱਠ ਹੋ ਗਿਆ, ਰਿਜ਼ਲਟ ਆ ਗਿਆ, ਪਰ ਬਈ ਹਰ ਪਿੰਡ ਦੇ ਵਿੱਚ ਇਕੱਠ ਕਰਨਾ ਪਊਗਾ, ਹਰ ਪਿੰਡ ਦੇ ਵਿੱਚ ਉੱਠਣਾ ਪਊਗਾ, ਉਸ ਤੋਂ ਬਾਅਦ ਜਿਹੜਾ ਆ ਕੋਈ ਨਾ ਕੋਈ ਨਤੀਜਾ ਆਊਗਾ। ਪੁਲਿਸ ਪ੍ਰਸ਼ਾਸਨ ਪਹਿਲਾਂ ਸਮਝਦਾ ਨਹੀਂ ਬਾਈ ਜੀ, ਨਹੀਂ ਸਮਝਦਾ। ਮੈਂ ਕਹਿਣਾ ਪਿੰਡਾਂ ਦੇ ਵਿੱਚ ਸਾਰਿਆਂ 'ਚ ਲੋਕਾਂ ਨੂੰ ਸਿਰ ਜੋੜਨੇ ਪੈਣਗੇ। ਗੁਰਬਾਣੀ ਨਹੀਂ ਸਾਨੂੰ ਕਹਤਾ ਵੀ ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ। ਜੇ ਦੁਬਦਾ 'ਚ ਪਿੰਡ ਆਪਦੇ ਆਪ ਨੂੰ ਸਮਝਦਾ ਯਾਰ, ਸਮੇਂ ਦਾ ਦਸਵੰਧ ਕੱਢਣਾ, ਮਹੀਨੇ 'ਚ ਇੱਕ ਦਿਨ ਨਹੀਂ ਇਕੱਠੇ ਹੋ ਸਕਦੇ ਤੁਸੀਂ। ਮਹੀਨੇ 'ਚ ਇੱਕ ਇਕੱਤਰਤਾ ਨਸ਼ੇ ਦੇ ਮੁੱਦੇ ਤੇ ਘਰ ਘਰ ਦਾ ਜੀ ਜੁੜਨ ਲੱਗ ਜੇ 1 ਘੰਟਾ, ਪੰਜਾਬ 'ਚ ਕੀ 1 ਘੰਟੇ 'ਚ ਨਸ਼ਾ ਬੰਦ ਹੋ ਜੂ। ਪਰ ਚੱਕਰ ਕੀ ਆ, ਅਸੀਂ ਕੀ ਆ, ਸਾਰੇ ਕਹਿੰਦੇ ਵੀ ਅਸੀਂ ਕੀ ਲੈਣਾ। ਇਸੇ ਚੀਜ਼ ਨੇ ਪੰਜਾਬ ਬਰਬਾਦ ਕਰਤਾ। ਪੰਜਾਬ ਦੇ ਵਿੱਚ ਲਿਸਟਾਂ ਨਸ਼ਰ ਕੀਤੀਆਂ ਗਈਆਂ ਨੇ। ਅਸੀਂ ਕੀ ਆ, ਛੋਟੀਆਂ ਲਿਸਟਾਂ ਇਹਨਾਂ ਨੂੰ ਦੇ ਆਉਣੇ ਆ। ਪੰਜਾਬ ਦੇ ਵਿੱਚ CID ਮਹਿਕਮਾ ਕੰਮ ਕਰਦਾ, ਇੰਟੈਲੀਜੈਂਸੀ ਕੰਮ ਕਰਦੀ ਆ,
ਪਰ ਕਾਦੇ ਵਾਸਤੇ ਕਰਦੀ ਆ? ਅਸਲ ਕੰਮ ਹੁੰਦਾ ਵੀ ਜਿੱਥੇ ਕ੍ਰਾਈਮ ਹੋਣਾ ਉਹਨੂੰ ਪਹਿਲਾਂ ਕੀ ਆ, ਸਰਕਾਰ ਨੂੰ ਇਨਫੋਰਮ ਕਰਨਾ। ਪਰ ਅੱਜ CID ਤੇ ਇੰਟੈਲੀਜੈਂਸੀ ਕੰਮ ਕੀ ਕਰ ਰਹੀ ਆ? ਉਹ ਸਾਡੇ ਵਰਗਿਆਂ ਦੇ ਪਿੱਛੇ ਲਾ ਰੱਖੀ ਆ ਆਪਦੀ ਕੁਰਸੀ ਦੇ ਪਾਵੇ ਮਜ਼ਬੂਤ ਕਰਨ ਵਾਸਤੇ, ਆਪਦੀ ਹਿਫਾਜ਼ਤ ਵਾਸਤੇ ਵਰਤ ਰਹੇ ਆ। ਇਸ ਪਿੰਡ 'ਚ ਜਿਹੜਾ ਚਿੱਟਾ ਵਿਕਦਾ ਸਾਰੀ ਇੰਟੈਲੀਜੈਂਸੀ ਨੂੰ ਪਤਾ, ਸਾਰੀਆਂ ਲਿਸਟਾਂ ਉਹਨਾਂ ਕੋਲੇ ਆ। ਸਾਡੇ ਕੀ ਆ, ਬਜ਼ੁਰਗਾਂ ਨੂੰ ਕਹਿ ਦਿੰਦੇ ਆ, ਨੌਜਵਾਨਾਂ ਨੂੰ ਕਹਿ ਦਿੰਦੇ ਆ ਵੀ ਲਿਸਟਾਂ ਦਿਓ ਜੀ। ਅਸੀਂ ਲਿਸਟਾਂ ਦੇ ਕੇ ਜਾਂ ਪੰਚਾਇਤਾਂ ਵੀ ਕਈ ਲਿਸਟਾਂ ਦੇ ਕੇ ਜਦੋਂ ਆਉਂਦੀਆਂ ਨਾ ਤਾਂ ਲਿਸਟ ਪੁਲਿਸ ਪ੍ਰਸ਼ਾਸਨ ਪਹਿਲਾਂ ਉਹਨਾਂ ਤੱਕ ਪਹੁੰਚਦੀ ਕਰ ਦਿੰਦਾ। ਤੇ ਮੈਂ ਕਹਿੰਦਾ ਘਰੇ ਸਰਪੰਚ ਨਹੀਂ ਪਹੁੰਚਿਆ ਸੀਗਾ, ਉਦੋਂ ਪਹਿਲਾਂ ਕੀ ਆ ਉੱਥੇ ਯੂਥ ਕੀ ਆ ਲੈ ਕੇ ਕੀ ਆ ਪਹੁੰਚ ਗਏ ਨਸ਼ੇੜੀ ਬੰਦੇ ਤੇ ਉਹਨਾਂ ਦੇ ਮਗਰ ਪਏ ਸਰਪੰਚਾਂ ਦੇ। ਇਸ ਕਰਕੇ ਬੇਨਤੀ ਕਰਦੇ ਆ ਮੈਂ ਅੱਜ ਤੁਹਾਡੇ ਚੈਨਲ ਥਰੂ ਬਾਈ ਜੀ ਕਿ ਲਿਸਟ ਉੱਥੇ ਵੀ ਰੱਖੀ ਸੀ, ਅੱਜ ਜਾਰੀ ਕਰਦਾ। ਪੰਜਾਬ 'ਚ ਚਿੱਟਾ ਵੇਚਣ ਵਾਲੇ ਕੌਣ ਆ? ਸਭ ਤੋਂ ਵੱਡਾ ਚਿੱਟੇ ਦਾ ਜਿਹੜਾ ਸਮਗਲਰ ਆ, ਉਹਨਾਂ ਦਾ ਸਾਥ ਦੇਣ ਵਾਲਾ ਵੀ ਕੀ ਆ, ਮੈਂ ਤਾਂ ਦੋਸ਼ੀ ਮੰਨਦਾ। ਸਭ ਤੋਂ ਵੱਡਾ ਚਿੱਟਾ ਵੇਚਣ ਦਾ ਜਿਹੜਾ ਜ਼ਿੰਮੇਵਾਰ ਆ ਉਹ ਕੈਪਟਨ ਅਮਰਿੰਦਰ ਸਿੰਘ ਆ। ਦੂਜੇ ਨੰਬਰ ਤੇ ਪੰਜਾਬ ਦਾ DGP ਆ। ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ SSP SP SHO DSP ਸਾਰੇ ਇਹ 'ਚ ਸ਼ਾਮਲ ਨੇ। ਜੇ ਕੀ ਆ ਕਨਸਪੀਰੇਸੀ ਕਰਨ ਵਾਸਤੇ 120 ਦਾ ਪਰਚਾ ਦਰਜ ਹੁੰਦਾ ਤਾਂ ਜਿਹੜੇ ਪੁੱਤ ਸਾਡੇ ਪਿੰਡਾਂ 'ਚ ਚਿੱਟੇ ਨਾਲ ਮਰੀ ਜਾਂਦੇ ਆ ਉਹਨਾਂ ਦੇ ਕੀ ਆ, ਜਿਨ੍ਹਾਂ ਤੋਂ ਚਿੱਟਾ ਲੈ ਕੇ ਆਉਂਦੇ ਆ ਉਹਨਾਂ ਤੇ ਮੈਂ ਕਹਿਣਾ ਵੀ ਕਾਰਵਾਈ ਹੋਣੀ ਚਾਹੀਦੀ ਆ, ਕਤਲ ਦੇ ਪਰਚੇ ਦਰਜ ਹੋਣ। ਤੇ 120 ਵਿੱਚ ਕੀ ਆ ਸਾਰੇ ਸਰਕਾਰੀ ਮਹਿਕਮੇ ਦੇ ਮੁਲਾਜ਼ਮ, ਉਸ ਦਾ SHO ਉਸ ਏਰੀਏ ਦਾ ਉਹ ਵਿੱਚ ਸ਼ਾਮਲ ਕਰਕੇ ਉਹਨਾਂ ਤੇ ਕਾਰਵਾਈ ਕਰਨੀ ਬਣਦੀ ਆ। ਉਹਨਾਂ ਸਾਰਿਆਂ ਨੂੰ 120 ਦੇ ਵਿੱਚ ਲਪੇਟ ਕੇ ਸਰਕਾਰ ਉਹਨਾਂ ਤੇ ਕਾਰਵਾਈ ਜਿਹੜੀ ਹੈਗੀ ਆ ਪੁਲਿਸ ਪ੍ਰਸ਼ਾਸਨ ਕਰੇ। ਜੇ ਧੀਆਂ ਪੁੱਤਾਂ ਦੇ ਸਕੇ ਹੋ, ਕਿਉਂਕਿ ਪੁਲਿਸ ਵਾਲਿਆਂ ਦੇ ਪੁੱਤ ਵੀ ਚਿੱਟੇ ਤੇ ਲੱਗੇ ਆ। ਮਾਨਸਾ ਜ਼ਿਲ੍ਹੇ ਜਿੱਥੇ ਇਕੱਠ ਰੱਖਿਆ ਉੱਥੇ ਇੱਕ ASI ਦਾ ਪੁੱਤ ਹਰਿਆਣੇ ਦੇ ਬਾਰਡਰ ਤੇ ਜਾ ਕੇ ਚਿੱਟਾ ਲਾ ਕੇ ਮਰਦਾ। ਤੇ ਅਕਸਰ ਕਈਆਂ ਦੀਆਂ ਕੁੜੀਆਂ ਜਿਹੜੀਆਂ ਵਿਆਹ, 2 ਪੁਲਿਸ ਮੁਲਾਜ਼ਮਾਂ ਦੀਆਂ ਕੁੜੀਆਂ ਵਸਾਈਆਂ ਜਿਹੜੇ ਚਿੱਟਾ ਲਾਉਂਦੇ ਸੀ, ਮੁੰਡਿਆਂ ਨੂੰ ਚਿੱਟਾ ਛਡਾਇਆ, ਨਾਲ ਰੱਖਦੇ ਆ, ਸਾਰੇ ਦੁੱਖ ਭੋਗਦੇ ਆ। ਇਸ ਕਰਕੇ ਬੇਨਤੀ ਆ ਜੇ ਚਿੱਟੇ ਨੂੰ ਪੰਜਾਬ ਦਾ ਮੁੱਦਾ ਮੰਨਦੇ ਹੋ ਤਾਂ ਇਸ ਵਾਸਤੇ ਸਿਰ ਜੋੜ ਲਓ, ਸਿਰ ਜੋੜ ਕੇ ਹੱਲ ਹੋਣਗੇ। ਸਰਕਾਰੀ ਲੋਕਾਂ ਤੋਂ ਆਸ ਆ ਤਾਂ ਘਰੇ ਬੈਠੇ ਆਪਦੀ ਵਾਰੀ ਡੀਕੋ। ਅਸੀਂ ਭੋਗਾਂ ਤੇ ਜਾ ਕੇ 10 ਰੁਪਈਆ ਮੱਥਾ ਟੇਕ ਕੇ ਕਹਿ ਆਉਣੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਬਾਹਰ ਆ ਕੇ ਭਲਾ ਕੋਈ ਗੁਆਂਢੀ ਦਾ ਨਹੀਂ ਮੰਗਦਾ। ਇਸ ਕਰਕੇ ਤੁਹਾਨੂੰ ਇੱਕੋ ਬੇਨਤੀ ਕਰਦੇ ਆ, ਜੇ ਪੰਜਾਬ ਦਾ ਭਲਾ ਚਾਹੁੰਦੇ ਹੋ, ਪਿੰਡ ਦਾ ਭਲਾ ਚਾਹੁੰਦੇ ਹੋ ਤੇ ਘਰ ਦਾ ਭਲਾ ਚਾਹੁੰਦੇ ਹੋ ਤਾਂ ਇਸ ਵਾਸਤੇ ਤੁਹਾਨੂੰ ਇੱਕੋ ਬੇਨਤੀ ਕਰਦੇ ਆ ਵੀ ਗੁਰਬਾਣੀ ਨੂੰ ਮੰਨ ਕੇ। ਗੁਰਬਾਣੀ ਕਹਿੰਦੀ ਆ ਬਲ ਛੁੱਟ ਕੇ ਉਹ ਬੰਧਨ ਪਰੈ ਕਛੂ ਨਾ ਹੋ ਤੋ ਪਾਏ। ਗੁਰਬਾਣੀ ਕਹਿੰਦੀ ਜਦੋਂ ਜ਼ੋਰ ਲਾਉਣੋਂ ਹਟ ਜਾਂਦੇ ਆ ਬੰਧਨ ਤਾਂ ਪੈਂਦੇ ਆ। ਅਸੀਂ ਬੋਲਦੇ ਨਹੀਂ ਯਾਰ, ਜ਼ੋਰ ਹੀ ਨਹੀਂ ਲਾਉਂਦੇ। ਤਾਂ ਉਹਦਾ ਹੱਲ ਗੁਰਬਾਣੀ ਨੇ ਦਿੱਤਾ, ਬਲ ਹੋਆ ਬੰਧਨ ਛੁਟੈ ਸਭ ਕੁਝ ਹੋ ਤੋ ਪਾਏ। ਕਹੋ ਨਾਨਕ ਸਭ ਕੁਝ ਤੁਮਰੇ ਹੱਥ ਮੇ ਤੁਮ ਹੀ ਹੋਤ ਸਹਾਏ। ਤਾਕਤ ਸਾਡੇ ਕੋਲੇ ਆ, ਆਪਦੀ ਤਾਕਤ ਵਰਤਣੀ ਕਿਵੇਂ ਆ ਉਹ ਜਾਣ ਕੇ ਗੁਰੂ ਸਾਹਿਬ ਤੋਂ ਸੇਧ ਲੈ ਕੇ ਆਓ ਰਲ ਕੇ ਕੀ ਆ ਇੱਕ ਲੜਾਈ ਲੜੀਏ। ਜਿਹੜਾ ਤੁਹਾਡੇ ਨਾਲ ਕੀ ਆ ਮੁੱਦੇ ਸਾਂਝੇ ਕੀਤੇ ਆ, ਜੇ ਇਸ ਨੂੰ ਮੁੱਦਾ ਲੱਗਦਾ ਤਾਂ ਯਾਰ ਆਪਦੇ ਧੀਆਂ ਪੁੱਤਾਂ ਦੇ ਸਕੇ ਹੋ, ਕਿਉਂਕਿ ਉਹ ਧੀਆਂ ਪੁੱਤਾਂ ਦੇ ਸਕੇ ਆ। ਅੱਜ ਕੀ ਆ ਬਾਦਲ ਸਾਹਿਬ ਨੇ ਕਹਿਣਾ ਸ਼ੁਰੂ ਕਰਤਾ ਤੀਜੀ ਪੀੜ੍ਹੀ ਆ ਗਈ। ਕਰੋਨਾ ਤੀਜੀ ਕੀ ਆ, ਤੀਜੀ ਲਹਿਰ ਆਵੇ ਨਾ ਆਵੇ, ਇਹਨਾਂ ਦੀ ਤੀਜੀ ਲਹਿਰ ਆ ਗਈ। ਤੀਜੀ ਪੀੜ੍ਹੀ ਆ ਚੁੱਕੀ ਆ ਤੇ ਆ ਕੇ ਕਹਿੰਦੇ ਕੀ ਨੇ, ਕਹਿੰਦਾ ਜੀ ਹੁਣ ਮੇਰਾ ਮੁੰਡਾ ਤੁਹਾਡੀ ਸੇਵਾ ਵਾਸਤੇ ਤਿਆਰ ਆ, ਕਰਾ ਲਿਓ ਸੇਵਾ ਬਾਦਲ ਸਾਹਿਬ ਦਾ। ਤੀਜੀ ਪੀੜ੍ਹੀ ਵੀ ਆ ਗਈ ਯਾਰ, ਸੁੱਕ ਕੇ ਦਿੱਤਾ ਇਹਨਾਂ ਨੂੰ, ਅਸੀਂ ਸੇਵਾ ਕਰਾ ਡੱਕ ਲਿਆ, ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰੋ ਪਿੰਡਾਂ 'ਚ ਮੋੜੋ, ਆਪਦੇ ਧੀਆਂ ਪੁੱਤਾਂ ਨੂੰ ਤਿਆਰ ਕਰੋ ਲੜਾਈ ਲੜਨ ਵਾਸਤੇ। ਕਿਉਂਕਿ ਜਿੱਥੇ ਕਾਨੂੰਨ ਘੜੇ ਜਾਣੇ ਆ, ਜਿਵੇਂ ਸਾਡੀ ਤਕਦੀਰ ਆ, ਕਿਸਾਨਾਂ ਦੀ ਤਕਦੀਰ ਸੰਸਦ 'ਚ ਲਿਖੀ ਆ ਅਗਲਿਆਂ ਨੇ, ਤੇ ਉਸੇ ਤਰ੍ਹਾਂ ਕੀ ਆ ਸਾਡੀ ਤਕਦੀਰ ਜਿਹੜੀ ਚਿੱਟੇ ਦੇ ਸੰਬੰਧ 'ਚ ਹੀ ਲਾ ਲਓ, ਕਾਨੂੰਨ ਕਿੱਥੇ ਬਣਨਾ, ਵਿਧਾਨ ਸਭਾ 'ਚ ਬਣਨਾ। ਜਿੰਨਾ ਚਿਰ ਉੱਥੇ ਸਾਡੇ ਆਪਦੇ ਬੰਦੇ ਨਹੀਂ ਪਹੁੰਚਦੇ, ਆਪਦੇ ਦਰਦ ਰੱਖਣ ਵਾਲੇ ਦਰਦੀ ਨਹੀਂ ਪਹੁੰਚਦੇ। ਸਾਰੇ NGO ਸਮਾਜ ਸੇਵੀ ਕਲੱਬਾਂ ਨੂੰ ਵੀ ਸੱਦਾ ਦਿੰਦੇ ਆ ਅਸੀਂ, ਉਹਨਾਂ ਨੂੰ ਵੀ ਇੱਕੋ ਗੱਲ ਕਹਿਣਾ ਕਿ ਈਗੋ ਨੂੰ ਪੱਠੇ ਨਾ ਪਾਓ। ਅਸੀਂ ਕਰਦੇ ਕੀ NGO ਬਾਈ ਜੀ, ਕਲੱਬ ਅੱਜ ਕੱਲ੍ਹ ਕੀ ਕਰਦੇ ਆ, ਪਿੰਡ ਦੇ ਵਿੱਚ ਰਾਸ਼ਨ ਵੰਡਤਾ ਜੀ। ਇਹ ਕੰਮ ਤਾਂ ਈਗੋ ਨੂੰ ਪੱਠੇ ਪਾਉਣ ਦੇ ਸਰਕਾਰ ਦੀਆਂ ਨਲਾਇਕੀਆਂ ਲੁਕਾਉਣੇ ਆ। ਪੰਜਾਬ 'ਚ ਕਰੋਨਾ ਨਾਲ ਬਾਈ ਜੀ ਤੁਹਾਡੇ ਪਿੰਡ 'ਚ ਵੀ ਇੱਕ ਵੀ ਬੰਦਾ ਨਹੀਂ ਮਰਦਾ ਸੀ, ਤੁਹਾਡੇ ਪਿੰਡ 'ਚ ਕਲੱਬਾਂ ਨੇ ਰਾਸ਼ਨ ਵੰਡਿਆ ਹੋ, ਇੱਕ ਵੀ ਬੰਦਾ ਮੈਂ ਕਹਿਣਾ ਕੀ ਆਪਾਂ ਭੁੱਖ ਦੇ ਨਾਲ ਨਹੀਂ ਮਰਦਾ ਸੀ। ਰੌਲਾ ਕੀ ਅਸੀਂ ਪਹਿਲਾਂ ਰਾਸ਼ਨ ਵੰਡਤਾ, ਸਰਕਾਰਾਂ ਨੂੰ ਲੋੜ ਹੀ ਨਹੀਂ ਪਈ, ਥੈਲੀਆਂ ਪੈਕ ਕਰਾਂਗਾ 'ਚ ਪਈਆਂ 'ਚ ਸੁੰਡ ਪੈ ਗਏ। ਤਾਂ ਰੌਲਾ ਕੀ ਸੀ ਵੀ ਸਾਰੀਆਂ NGO ਕਲੱਬ ਕਿਤੇ ਨਾ ਕਿਤੇ ਸਰਕਾਰ ਦੀ ਪੁਸ਼ਤ ਪਨਾਹੀ ਦੇ ਵਿੱਚ ਸ਼ਾਮਲ ਹੀ ਨੇ। ਤਾਂ ਬੇਨਤੀ ਕਰਦਾ ਜੇ ਪੰਜਾਬ ਦਾ ਦਰਦ ਰੱਖਦੇ ਹੋ, NGO ਕਲੱਬਾਂ ਦਾ ਅਸਲ ਕੰਮ ਹੁੰਦਾ ਜਾਗਰਤੀ ਪੈਦਾ ਕਰਨੀ। ਇਸ ਕਰਕੇ ਕੀ ਹੈ ਇਹਨਾਂ ਦੇ ਗ੍ਰਿਫਤ 'ਚੋਂ ਬਾਹਰ ਆਓ। ਅੱਜ ਪਿੰਡਾਂ 'ਚ ਪਿੰਡ ਦਾ ਕਲੱਬ ਕੋਈ ਨਹੀਂ ਹੁੰਦਾ, ਜਾਂ ਤਾਂ ਕਾਂਗਰਸੀਆਂ ਦਾ ਕਲੱਬ ਹੁੰਦਾ ਜਾਂ ਅਕਾਲੀਆਂ ਦਾ ਕਲੱਬ ਹੁੰਦਾ, ਯਾਰ ਪਿੰਡ ਦਾ ਕਲੱਬ ਹੀ ਨਹੀਂ ਹੁੰਦਾ। ਜੇ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਅੱਜ ਸਰਪੰਚ ਖਤਮ ਹੋ ਗਏ, ਅੱਗੇ ਚਾਦਰਾਂ ਵਾਲੇ ਸਰਪੰਚ ਹੁੰਦੇ ਸੀ, ਪਿੰਡ ਦੇ ਸਰਪੰਚ ਹੁੰਦੇ ਸੀ। ਹੁਣ ਜਾਂ ਤਾਂ ਅਕਾਲੀਆਂ ਦਾ ਸਰਪੰਚ ਹੁੰਦਾ ਬਾਈ ਜੀ ਜਾਂ ਕਾਂਗਰਸ ਦਾ ਸਰਪੰਚ ਹੁੰਦਾ, ਪਿੰਡ ਦਾ ਕੋਈ ਸਰਪੰਚ ਹੁੰਦਾ। ਤਾਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਖਤਮ ਕਰਕੇ ਆਪਦਾ ਭਾਈਚਾਰਾ ਕਾਇਮ ਕਰਨਾ ਪਊ। 250-300 ਬੰਦਾ ਜੇ ਅੱਡ-ਅੱਡ ਪਾਰਟੀਆਂ 'ਚ ਹੋ ਕੇ ਇਕੱਠਾ ਹੋ ਸਕਦਾ ਤਾਂ ਅਸੀਂ ਯਾਰ ਕੀ ਆ 2.5 ਕਰੋੜ ਲੋਕ ਆ ਜਿਨ੍ਹਾਂ ਦੀਆਂ ਦੁੱਖ ਤਕਲੀਫਾਂ ਸਾਂਝੀਆਂ, ਵੱਟਾਂ ਸਾਂਝੀਆਂ, ਕੰਧਾਂ ਸਾਂਝੀਆਂ, ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ? ਸਾਨੂੰ ਆਪਦੇ ਦੁੱਖ ਦਰਦ ਦੇ ਵਿੱਚ ਕੀ ਆ ਸ਼ਾਮਲ ਹੋ ਕੇ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝਣਾ ਪਊ। ਕੱਲਾ ਮੱਥਾ ਟੇਕ ਕੇ ਆ ਕੇ ਅਸੀਂ ਆਪਦੀ ਵਾਰੀ ਨਾ ਡੀਕਣ ਲੱਗੀਏ, ਕਿਉਂਕਿ ਜੇ ਤੁਹਾਡਾ ਪੁੱਤ ਚਿੱਟੇ ਤੇ ਨਹੀਂ ਲਾਉਂਦਾ ਤਾਂ ਸੜਕ ਤੇ ਨਿਕਲਣ ਜੋਗਾ ਤੁਹਾਡਾ ਪੁੱਤ ਵੀ ਨਹੀਂ ਰਿਹਾ। 8 ਵਜੇ ਤੋਂ ਬਾਅਦ ਮੋਟਰਸਾਈਕਲ ਦੇ ਘਰੋਂ ਜਾਂਦਿਆਂ ਨੂੰ ਡਰ ਲੱਗਣ ਲੱਗ ਗਿਆ। ਕੁੜੀ ਵਿਆਹੁਣ ਵੇਲੇ ਪਤਾ ਲੱਗਦਾ ਕਿ ਮੁੰਡਾ ਕੀ ਆ ਨਸ਼ੇੜੀ ਨਿਕਲ ਗਿਆ। 90% ਕੀ ਆ ਯੂਥ ਅੱਜ ਕੱਲ੍ਹ ਕੀ ਉਧਰ ਨੂੰ ਤੁਰਨਾ ਸ਼ੁਰੂ ਹੋ ਗਿਆ। ਕਾਰਨ ਵੱਡਾ ਬੇਰੁਜ਼ਗਾਰੀ ਆ।
ਕੈਪਟਨ ਸਾਹਿਬ ਕਹਿੰਦੇ ਘਰ ਘਰ ਰੁਜ਼ਗਾਰ ਦੇਤਾ। ਇਸ ਪਿੰਡ ਦੇ ਵਿੱਚ ਜੇ ਔਸਤ ਲਾਈਏ ਜਿਵੇਂ ਉਹਨਾਂ ਨੇ ਰੁਜ਼ਗਾਰ ਦੀ ਗਿਣਤੀ ਗਿਣਾਈ ਤਾਂ ਇਸ ਪਿੰਡ 'ਚ 100 ਬੰਦਿਆਂ ਨੂੰ ਰੁਜ਼ਗਾਰ ਚਾਹੀਦਾ ਸੀ। ਤੁਹਾਡੇ ਪਿੰਡ 'ਚ ਬਾਈ ਜੀ 5 ਬੰਦਿਆਂ ਨੂੰ ਵੀ ਰੁਜ਼ਗਾਰ ਮਿਲਿਆ? ਇੱਕ ਨੂੰ ਵੀ ਨਹੀਂ ਮਿਲਿਆ। ਤਾਂ ਇਹੀ ਗੱਲ ਆ ਬਾਈ ਜੀ, ਸਾਨੂੰ ਅਸੀਂ ਹਰੇਕ ਚੀਜ਼ ਦੀ ਹਕੀਕਤ ਜਾਣਦੇ ਆ, ਸਾਰਾ ਕੁਝ ਸਮਝੀ ਖੜੇ ਆ। ਜੇ ਜਾ ਕੇ ਵੀ ਅਸੀਂ ਨਾ ਲੜੇ ਫਿਰ ਆਪਾਂ ਸਾਰੇ ਦੋਸ਼ੀ ਆ ਬਾਈ ਜੀ। ਇਦੋਂ ਪਹਿਲਾਂ ਆਪਾਂ ਨੂੰ ਜਾਗਰਤੀ ਨਹੀਂ ਸੀ, ਕਿਸਾਨ ਅੰਦੋਲਨ ਨੇ ਲੋਕ ਜਗਾਤੇ। ਤੇ ਜੇ ਜਾ ਕੇ ਅਸੀਂ 2022 'ਚ ਘਰੇ ਚੋਰ ਬਾੜ ਲਏ ਫਿਰ ਬਾਈ ਜੀ ਲੜਾਈ ਲੜਨ ਦਾ ਦਿੱਲੀ ਵਾਲਾ ਕੋਈ ਫਾਇਦਾ ਹੈ? ਤਾਂ ਬੇਨਤੀ ਕਰਦੇ ਆ ਸਾਰੇ ਭਰਾ ਉਹਦੇ ਵਾਸਤੇ ਵੀ ਲਾਮਬੰਦ ਹੋਇਓ, ਕਦੇ ਫੇਰ ਲੋਕ ਅਧਿਕਾਰ ਲਹਿਰ ਵੱਲੋਂ ਆਵਾਂਗੇ। ਅੱਜ ਕੀ ਆ ਨਸ਼ਾ ਵਿਰੋਧੀ ਮੰਚ ਵੱਲੋਂ ਇੱਕ ਸੁਨੇਹਾ ਲੈ ਕੇ ਆਏ ਆ ਤੇ ਨਸ਼ਾ ਵਿਰੋਧੀ ਮੰਚ ਕੰਨਿਓ ਤੁਹਾਨੂੰ ਸੁਨੇਹਾ ਦਿੰਨੇ ਆ ਕਿ ਮਾਨਸਾ ਜ਼ਿਲ੍ਹੇ 'ਚ ਇਕੱਤਰਤਾ 'ਚ ਕੀ ਆ ਪਹੁੰਚਿਓ 17 ਤਰੀਕ ਨੂੰ ਸ਼ੁੱਕਰਵਾਰ ਨੂੰ 3:30 ਵਜੇ ਅੰਦਰਲੀ ਦਾਣਾ ਮੰਡੀ 'ਚ ਜੇ ਦਰਦ ਰੱਖਦੇ ਹੋ ਤੇ ਜੇ ਕੱਲੀਆਂ ਗੱਲਾਂ ਵਾਲਿਓ ਘਰੇ ਬੈਠਿਆਂ ਦੀ ਬਾਰੀ ਡੀਕੀ ਚੱਲਿਓ, ਬਾਰੀ ਤੁਹਾਡੀ ਵੀ ਆਊ। ਨਹੀਂ ਫਿਰ ਡਰਦੇ ਮਾਰੇ ਗੋਡੇ ਟੇਕ ਕੇ ਬਾਹਰਲੇ ਮੁਲਕ 'ਚ ਕੀ ਆਦੇ ਪੁੱਤ ਭੇਜ ਦਿਓ ਤੇ ਗੁਰਬਾਣੀ 'ਚ ਝੂਠੀਆਂ ਅਰਦਾਸਾਂ ਕਰਦੇ ਰਹੋ। ਕਿਉਂਕਿ ਅਸੀਂ ਅਰਦਾਸ ਕੀ ਕਰਦੇ ਆ ਵੀ ਜਿਹੜੇ ਗੁਰਧਾਮਾਂ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਜਾਣ। ਤੇ ਉਸੇ ਅਰਦਾਸ 'ਚ ਅਖੀਰ 'ਚ ਪਾਠੀ ਸਿੰਘ ਨੂੰ ਕਹਿ ਦੇਣਾ ਕਿ ਸਾਡੇ ਪੁੱਤ ਨੂੰ ਬਾਹਰਲੀ PR ਮਿਲ ਜੇ। ਤਾਂ ਅਸੀਂ ਕੀ ਆਪਣੇ ਕੰਨੀ ਝਾਤ ਮਾਰੀਏ, ਆਪਦੇ ਅੰਦਰ ਝਾਤ ਮਾਰੀਏ। ਅਸੀਂ ਕੀ ਆ ਮਾੜੇ ਆ, ਸਮਾਜ ਤਾਂ ਮਾੜਾ। ਅਸੀਂ ਕਹਿ ਦਿੰਦੇ ਆ ਲੋਕ ਨਹੀਂ ਸੁਧਰਦੇ, ਅਸੀਂ ਆਪ ਸੁਧਰਨ ਨੂੰ ਤਿਆਰ ਨਹੀਂ। ਆਪਦੇ ਆਪ ਤੇ ਯਕੀਨ ਕਰਕੇ ਆਪ ਸੁਧਰ ਜਾਓ। ਕਈ ਸੋਚਦੇ ਆ ਵੀ ਇਕੱਲੇ ਦੇ ਕਰਨ ਨਾਲ ਕੀ ਹੋ ਜੂ। ਬਾਬਾ ਨਾਨਕ ਇਕੱਲਾ ਘਰੋਂ ਨਿਕਲਿਆ ਸੀ ਬਾਈ ਜੀ, ਅੱਧੀ ਦੁਨੀਆ ਜਗਾ ਕੇ ਗਿਆ। ਠੀਕ ਹੈ ਨਾ, ਕੋਈ ਮੋਬਾਈਲ ਨਹੀਂ ਸੀ, ਗੱਡੀ ਨਹੀਂ ਸੀ, ਸਾਧਨ ਨਹੀਂ ਸੀ। ਸਾਡੇ ਕੋਲੇ ਬਾਬੇ ਦਾ ਦਿੱਤਾ ਸਾਰਾ ਕੁਝ ਆ ਯਾਰ, ਬਾਬੇ ਦਾ ਦਿੱਤਾ ਗਿਆਨ ਆ। ਅਸੀਂ ਕਿਉਂ ਨਹੀਂ ਇਕੱਠੇ ਹੋ ਕੇ ਇੱਕ ਲੜਾਈ ਲੜਨ ਨੂੰ ਤਿਆਰ? ਸਿਰਫ ਇੱਕੋ ਕੰਮ ਕਰਨਾ। ਸਾਡਾ ਬਾਬਾ ਨਾਨਕ ਬਾਬਰ ਨੂੰ ਜਾਬਰ ਮੂੰਹ ਤੇ ਕਹਿੰਦਾ ਸੀ। ਅਸੀਂ ਕੀ ਆ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਜੇ ਮੂੰਹ ਤੇ ਕਹਿਣ ਲੱਗ ਜਾਈਏ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਅਸੀਂ ਚੰਗੇ ਨੂੰ ਚੰਗਾ ਕਹਿਣ ਦਾ ਤੇ ਮਾੜੇ ਨੂੰ ਮਾੜਾ ਕਹਿਣ ਦਾ ਮਾਦਾ ਹੀ ਨਹੀਂ ਰੱਖਦੇ। ਇੰਨੀ ਕੁ ਬੇਨਤੀ ਕਰਦਾ ਸਾਰਿਆਂ ਨੂੰ, ਇੰਨਾ ਕੁ ਮਾਦਾ ਹੀ ਪੈਦਾ ਕਰ ਲਓ ਤਾਂ ਪੰਜਾਬ ਬਚ ਜੂਗਾ। ਭਗਤ ਸਿੰਘ ਨੇ ਕਿਹਾ ਸੀ ਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਤਾਂ ਨਹੀਂ ਸੀ ਕਿਉਂਕਿ ਅੰਗਰੇਜ਼ ਸਾਤੋਂ ਕੋਈ ਜ਼ਿਆਦਾ ਤਕੜੇ ਸੀ। ਅਸੀਂ ਅੰਗਰੇਜ਼ਾਂ ਦੇ ਗੁਲਾਮ ਤਾਂ ਸੀ ਕਿਉਂਕਿ ਸਾਡੇ 'ਚ ਵਿਰੋਧ ਕਰਨ ਦਾ ਮਾਦਾ ਨਹੀਂ ਸੀ। ਤੇ ਜਿੱਦੇ ਵਿਰੋਧ ਕਰਨ ਦਾ ਮਾਦਾ ਪੈਦਾ ਹੋ ਗਿਆ ਉਹਦੇ ਕੀ ਆਜ਼ਾਦੀ ਵੀ ਮਿਲ ਗਈ। ਤੇ ਇੱਕ ਨਾਰਾ ਦਿੱਤਾ ਸੀ ਕਾਲਾ ਹਫ਼ਤਾ ਮਨਾਉਣ ਵਾਸਤੇ ਪਿੱਛੇ ਜੇ ਮਰੋ ਜਾਂ ਵਿਰੋਧ ਕਰੋ। ਉਹਦਾ ਜਵਾਬ ਨਸ਼ਾ ਵਿਰੋਧੀ ਮੰਚ ਨੇ ਦਿੱਤਾ ਸੀ ਕਿ ਨਸ਼ੇ ਦੇ ਅੱਗੇ ਹਰਦੇ ਨਹੀਂ, ਵਿਰੋਧ ਕਰਾਂਗੇ ਮਰਦੇ ਨਹੀਂ। ਜੇ ਇਸ ਨਾਰੇ ਨੂੰ ਬੁਲੰਦ ਕਰਨਾ ਚਾਹੁੰਦੇ ਹੋ ਤਾਂ ਨਾਲ ਜੁੜਿਓ ਤੇ ਜਿਹੜੇ ਮਰਜ਼ੀ ਜ਼ਿਲ੍ਹੇ ਦੇ ਵਿੱਚ 10 ਬੰਦੇ ਇਕੱਠੇ ਹੋ ਕੇ ਹਾਕ ਮਾਰ ਦਿਓ, ਸਾਰਾ ਜ਼ਿਲ੍ਹਾ ਇਕੱਠਾ ਕਰਾਂਗੇ ਤੁਹਾਡੇ ਨਾਲ ਆ ਕੇ, ਗਰਾਊਂਡ ਲੈਵਲ ਤੇ ਵੀ ਕੰਮ ਕਰਾਵਾਂਗੇ।